सतनाम श्री वाहिगुरु जी। सतनाम श्री वाहिगुरु साहिब जी। तुद आगे अरदास हमारे, जियो पिंड सब तेरा। कहो नानक सब तेरी वड्याई। कोई नाओ न जाने मेरा, ज्यों बुलाए त्यों बोला स्वामी। कुदरत कवण हमारी, साध संग नानक जस गायो। जो प्रभ की अत प्यारी, तेरे कवण कवण गुण कह कह गावा। तू साहिब गुणी निदाना, तुमरी महिमा वर्णा सको। तू ठाकर ऊच भगवाना, मैं हर हर नाम तर सोई। ज्यों पावै त्यों राख मेरे साहिब, मैं तुद बिन अवर न कोई। तेरे केड़े केड़े गुणा नू मैं गावा। गरीबां नू निवाजण वालिया, केड़े केड़े गुणा नू मैं गावा। गरीबां नू निवाजण वालिया, ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ। ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ। ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ। ਗਰੀਬਾਂ ਨੂੰ ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ। ਗਰੀਬਾਂ ਨੂੰ
ਨਿਵਾਜਣ ਵਾਲਿਆ। ਓ ਗਰੀਬਾਂ ਨੂੰ ਜੀ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਹਮ ਕਿਆ ਗੁਣ ਤੇਰਾ ਵਿਥਰ ਸੁਆਮੀ, ਤੂੰ ਅਪਰੋ ਅਪਾਰੋ ਰਾਮ ਰਾਜੇ। ਹਾਂ ਮੂਰਖ ਕਛੂ ਨਾ ਜਾਣਾ, ਕਿਵ ਪਾਰ ਵੈ ਪਾਰੋ। ਜਨ ਨਾਨਕ ਹਰਿ ਕਾ ਦਾਸ ਹੈ, ਹਰਿ ਦਾਸ ਪਨਿਹਾਰੋ। ਅੰਤ ਨ ਪਾਵਤ ਦੇਵ ਸਵੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੇ। ਹੁਣ ਵੇਦ ਵਿਰੰਚ ਵਿਚਾਰ ਰਹਿਓ, ਹਰ ਜਾਪ ਨ ਛੱਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਗੁਰੂ ਰਾਮਦਾਸ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹਿ ਧਰੀ। ਜਿਵਾ ਇਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ। ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਇਕ ਤੇ ਅਨੇਕਾਂ ਗੁਣ ਤੇਰੇ, ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾ। ਜਿਵਾ ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਦਾਤਿਆ। ਇਕ ਤੇ ਅਨੇਕਾਂ ਗੁਣ ਤੇਰੇ, ਮੈਂ ਕਿਹੜੇ ਕਿਹੜੇ ਗਾਵਾਂ ਮਾਤਿਆ। ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਦਾਤਿਆ। ਕਿਹੜੇ ਕਿਹੜੇ ਗਾਵਾਂ ਦਾਤਿਆ। ਇਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਗਾਵਾਂ ਦਾਤਿਆ। ਕਿਹੜੇ ਕਿਹੜੇ ਜੀ ਗਾਵਾਂ ਦਾਤਿਆ। ਕਿਹੜੇ ਕਿਹੜੇ ਜੀ ਗਾਵਾਂ ਮਾਲਕਾ। ਕਿਹੜੇ ਕਿਹੜੇ ਜੀ ਗਾਵਾਂ ਦਾ
ਕਾ ਕਿਹੜੇ ਕਿਹੜੇ ਜੀ ਗਾਵਾ ਮਾਲਕਾ ਉਹ ਕਿਹੜੇ ਕਿਹੜੇ ਜੀ ਗਾਵਾ ਮਾਲਕਾ ਮੈਂ ਕਿਹੜੇ ਕਿਹੜੇ ਜੀ ਗਾਵਾ ਮਾਲਕਾ ਗਾਵਾ ਮਾਲਕਾ ਮੈਂ ਕਿਹੜੇ ਕਿਹੜੇ ਜੀ ਗਾਵਾ ਮਾਲਕਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾ ਮਾਲਕਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਦਾਤਿਆ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਗਾਵਾਂ ਮਾਲਕਾ ਇੱਕ ਤੇ ਅਨੇਕਾਂ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਆਮ ਕਿਆ ਗੁਣ ਤੇਰਾ ਮਿੱਤਰਾ ਸੁਆਮੀ ਤੂੰ ਅਪਾਰੋ ਰਾਮ ਰਾਜੇ ਨਾਮ ਸਲਾਹ ਦਿਨ ਰਾਤ ਆਸ ਅਦਾਰੋ ਆਸ ਅਦਾਰੋ ਪਰਮ ਸਤਿਕਾਰ ਗੁਰੂ ਸਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਜਿਤਨੇ ਆਪ ਪੂਰਨਮਾਸ਼ੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਆ ਗੁਰੂ ਚਰਨਾਂ 'ਚ ਪਹੁੰਚੇ ਹੋ ਬਹੁਤ ਵੱਡੇ ਭਾਗਾਂ ਵਾਲਿਓ ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ ਪਰਸੋਂ ਰੋਜ਼ ਤੋਂ ਲੈ ਕੇ ਗੁਰੂ ਘਰ ਵਿਖੇ ਪਵਿੱਤਰ ਬਾਣੀ ਦੇ ਸ਼੍ਰੀ ਖੰਡ ਪਾਠ 2 ਪ੍ਰਡੰਬ ਸਨ ਜਿਨ੍ਹਾਂ ਦੇ ਹੁਣੇ ਭੋਗ ਪਾਏ ਆਪ ਜੀਆਂ ਨੇ ਇਲਾਹੀ ਰੱਬੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਸਵਾਸਾਂ ਨੂੰ ਸਫਲਾ ਬਣਾਉਣਾ ਕੀਤਾ ਤੇ ਰਸਨ ਪਵਿੱਤਰ ਕਰਦੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਹੈ ਵੀ ਜਿਹੜਾ ਪਰਮੇਸ਼ਰ ਹੈ ਉਹ ਗੁਣਾਂ ਦਾ ਅਸਾਤ ਭਾਵਿਕ ਅਥਾਹ ਸਮੁੰਦਰ ਹੈ ਉਹਦੇ ਗੁਣਾਂ ਦਾ ਕੋਈ ਹਿਸਾਬ ਨਹੀਂ ਆ ਸਕਦਾ ਤੇਰੇ ਕਾਵਣ ਕਾਵਣ ਗੁਣ ਕਹੇ ਕਹੇ ਗਾਵਾਂ ਤੋਂ ਸਾਹਿਬ ਗੁਣੀ ਨਿਧਾਨਾ ਤੇਰੀ ਉਮਾ ਵਰਨਾ ਸਕ ਤੂੰ ਠਾਕੁਰ ਊਚ ਭਗਵਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਅਥਾਹ ਗੁਣਾਂ ਦਾ ਸਮੁੰਦਰ ਹੈ ਇੰਨੇ ਉਹਦੇ ਵਿੱਚ ਗੁਣ ਹਨ ਜਿਨ੍ਹਾਂ ਦੀ ਆਪਾਂ ਉਪਮਾ ਵਡਿਆਈ ਨਹੀਂ ਕਰ ਸਕਦੇ ਚੌਥੇ ਪਾਤਸ਼ਾਹ ਨੇ ਵੀ ਕਿਹਾ ਹਮ ਕਿਆ ਗੁਣ ਤੇਰਾ ਵਿਥਰਾ ਸੁਆਮੀ ਤੂੰ ਅਪਰੋ ਅਪਾਰੋ ਰਾਮ ਰਾਜੇ ਮਾਨੋ ਕਿ ਅਪਰ ਅਪਾਰ ਪਰੇ ਤੋਂ ਪਰੇ ਪਤਾ ਨਹੀਂ ਕਿੱਥੇ ਤੱਕ ਉਹਦੇ ਗੁਣਾਂ ਦਾ ਕੋਈ ਹਿਸਾਬ ਨਹੀਂ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਮ ਕਿਆ ਗੁਣ ਤੇਰਾ ਵਿਥਰਾ ਸੁਆਮੀ ਤੂੰ ਅਪਰੋ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਦਿਨ ਰਾਤ ਇਹ ਆਸ ਆਧਾਰੋ ਬਸ ਸਾਡੀ ਤਾਂ ਇੱਕੋ ਹੀ ਮਨ ਦੀ ਖਵਾਇਸ਼ ਹੈ ਵੀ ਅਸੀਂ ਦਿਨ ਰਾਤ ਤੇਰੇ ਨਾਮ ਦੀ ਸ਼ਲਾਘਾ ਕਰਦੇ ਰਹੀਏ ਬਸ ਤੇਰੇ ਨਾਮ ਨੂੰ ਜਪਦੇ ਰਹੀਏ ਹਾਂ ਮੂਰਖ ਕਛੂ ਨਾ ਜਾਣਾ ਕਿ ਪਾਵੈ ਪਾਰੋ ਸਾਨੂੰ ਅਸੀਂ ਤਾਂ 100 ਮੂਰਖਾਂ ਦੇ ਮੂਰਖਾ ਸਾਨੂੰ ਤਾਂ ਪਤਾ ਹੀ ਨਹੀਂ ਗਾ ਵੀ ਇਹ ਭਵ ਸਾਗਰ ਤੋਂ ਕਿਵੇਂ ਤਰਨਾ ਹੈ ਕਿਵੇਂ ਤਰਨਾ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਾਂ ਮੂਰਖ ਕਛੂ ਨਾ ਜਾਣਾ ਕਿ ਪਾਵੈ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਇਹ ਸੱਚੇ ਪਾਤਸ਼ਾਹ ਤੇਰੇ ਦਾਸਾਂ ਦੇ ਦਾਸ ਉਹਨਾਂ ਦੇ ਪਾਣੀ ਭਰਨ ਵਾਲੀਆਂ ਸੀ ਤਾਂ ਜੇ ਤਾਂ ਇੰਨੀ ਨਿਮਰਤਾ ਹੈ ਫਿਰ ਤਾਂ ਗੁਰੂ ਨਾਨਕ ਦੇ ਘਰ ਵਿੱਚ ਬੰਦਾ ਪਾਸ ਹੋ ਜਾਂਦਾ ਜੇ ਥੋੜੇ ਜਿਹੇ ਗੁਣ ਪਾ ਕੇ ਥੋੜੀ ਜਿਹੀ ਪ੍ਰਭਤਾ ਪਾ ਕੇ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਫਵਾਈ ਜਾਵੇ, ਬਸ ਜੋ ਕੁਛ ਪੜ੍ਹ ਲਿਆ ਮੈਂ ਹੀ ਆ, ਬਾਕੀ ਤਾਂ ਹੋਰ ਹੈ ਕੁਛ ਨਹੀਂ ਗਾ। ਸਤਿਗੁਰੂ ਪਾਤਸ਼ਾਹ ਨੇ ਕਿਹਾ ਪਰਮੇਸ਼ਰ ਦੇ ਗੁਣਾਂ ਨੂੰ ਤਾਂ ਬੜੇ ਬੜੇ ਰਿਸ਼ੀ ਮੁਨੀ ਚਿਤਨੇ ਦੇਵਤੇ ਨੇ ਸਾਰੇ ਗਾ ਰਹੇ ਨੇ, ਪਰ ਤਿਲ ਜਿੰਨਾ ਵੀ ਉਹਦਾ ਅੰਤ ਨਹੀਂ ਪਾ ਸਕੇ। ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ, ਜੋ ਕਰੀ ਫਨ ਵੇਦ ਵਿਰੰਚ ਵਿਚਾਰ ਰਿਹੋ। ਬ੍ਰਹਮਾ ਆਦਿਕ ਸ਼ਿਵ ਜੀ ਵਰਗੇ 33 ਕਰੋੜ ਸਣੇ ਇੰਦਰ ਨਾਲ ਸਾਰੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਨੇ, ਵਿਚਾਰ ਕਰਦੇ ਹੈ, ਪਰ ਥੋੜਾ ਵੀ ਉਹਦਾ ਕੋਈ ਹਿਸਾਬ ਨਹੀਂ ਆਉਂਦਾ। ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾਸ਼ਿਵ, ਜੋ ਕਰੀ ਫੁਨ ਵੇਦ ਬਿਰੰਚ ਵਿਚਾਰ ਰਿਹੋ। ਹਰ ਜਾਪ ਨਾ ਛਾੜਿਓ ਏਕ ਕਰੀ। ਬਸ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਜਾਪ ਨਹੀਂ ਛੱਡਣਾ। ਤੇ ਭਗਤ ਕਬੀਰ ਜੀ ਨੇ ਕਿਹਾ ਹੈ ਵੀ ਜਿਹੜਾ ਪਰਮੇਸ਼ਰ ਹੈ ਉਹ ਬੇਅੰਤ ਹੈ, ਬੇਅੰਤ ਹੈ। ਜਿਵੇਂ ਭਗਤ ਜੀ ਫਰਮਾਨ ਕਰਦੇ ਬਾਣੀ ਚ ਨਾ, ਕਬੀਰ ਸਤ ਸਮੁੰਦੈ ਮਸ ਕਰੋ, ਕਲਮ ਕਰੋ ਗੁਣ ਰਾਏ, ਵਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਜਿਹੜਾ ਜਸ ਹੈ, ਵਡਿਆਈ ਹੈ, ਉਹ ਲਿਖਿਆ ਕਿਹਿਆ ਪੂਰੀ ਨਹੀਂ ਹੋ ਸਕਦੀ, ਉਹ ਤਾਂ ਬੇਅੰਤ ਹੈ। ਬਸ ਉਹਦੇ ਗੁਣ ਜੇ ਆਪਾਂ ਸ਼ਰਧਾ ਨਾਲ ਗਾਵਾਂਗੇ, ਭਾਵਨਾ ਨਾਲ ਗਾਵਾਂਗੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਆਪਣਾ ਪਾਰ ਉਤਾਰਾ ਹੋ ਜਾਣਾ। ਕਈ ਮੇਰੇ ਵਰਗੇ ਐਸੇ ਹੁੰਦੇ ਨੇ ਵੀ ਪੜ੍ਹਾਈ ਉਹਦੇ ਵਾਸਤੇ ਕਰਨੀ ਹੈ, ਬਸ ਲੋਕਾਂ ਨਾਲ ਝੱਖ ਮਾਰਨੀ, ਬਸ ਮੈਂ ਵੱਧ ਪੜ੍ਹਿਆ, ਉਹ ਨਹੀਂ ਹੈ। ਇੱਥੋਂ ਗੁਰੂ ਪਾਤਸ਼ਾਹ ਜੀ ਕਹਿੰਦੇ ਆਪਾਂ ਪਰਮੇਸ਼ਰ ਦੇ ਗੁਣ ਇਕੱਤਰ ਹੋ ਕੇ ਸਾਰਿਆਂ ਨੇ ਇਸ ਤਰ੍ਹਾਂ ਗਾਉਣੇ ਹੈ ਵੀ ਜੇ ਆਪਾਂ ਸ਼ਰਧਾ ਨਾਲ ਗੁਣ ਗਾਵਾਂਗੇ, ਪਰਮੇਸ਼ਰ ਦੇ ਸ਼ਰਧਾ ਨਾਲ ਗੁਣ ਸੁਣਾਂਗੇ, ਫਿਰ ਇਹਦੇ ਵਿੱਚ ਬਹੁਤ ਵੱਡਾ ਲਾਭ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ, ਬਿਨ ਸੇ ਪਾਪ ਕਨੇਰੇ। ਗਾਉਣ ਵਾਲੇ ਸੁਣਨ ਵਾਲੇ ਤਰ ਜਾਂਦੇ ਨੇ, ਉਹਨਾਂ ਦੇ ਘਨੇਰਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਗੁਣਾਂ ਦਾ ਤਾਂ ਕੋਈ ਅੰਤ ਨਹੀਂ ਹੈ। ਪਰ ਜਿਵੇਂ ਚਿੜੀ ਕਹਿੰਦੇ ਸਮੁੰਦਰ ਵਿੱਚੋਂ ਆਪਣੀ ਚੁੰਝ ਜਲ ਦੀ ਭਰ ਲੇ, ਸਮੁੰਦਰ ਦਾ ਘਟਦਾ ਕੁਛ ਨਹੀਂਗਾ, ਪਰ ਇਤਨੀ ਬਾਤ ਜ਼ਰੂਰ ਹੈ ਵੀ ਜਿਹੜੀ ਚਿੜੀ ਨੇ ਚੁੰਝ ਭਰੀ ਹੈ ਨਾ, ਉੱਥੋਂ ਉਹਦੀ ਪਿਆਸ ਮੁੱਕ ਜਾਣੀ ਹੈ, ਸ਼ਾਂਤ ਹੋ ਜੂਗੀ ਉਹ। ਇਸੇ ਤਰ੍ਹਾਂ ਪਰਮੇਸ਼ਰ ਦਾ ਸਮੁੰਦਰ ਹੈ ਗੁਣਾਂ ਦਾ, ਇਹਦਾ ਘਾਟਾ ਨਹੀਂ ਆਉਂਦਾ। ਪਰ ਜੇ ਆਪਾਂ ਕਿਤੇ ਚਿੜੀ ਚੁੰਝ ਭਰਨ ਭਰ ਭਾਵ ਕੇ ਪਾਣੀ ਦੀ ਭਰਨ ਵਾਂਗੂ ਆਪਣੀ ਬਿਰਤੀ ਲਾ ਲਈ, ਆਪਣਾ ਮਨ ਜੋੜ ਲਈਏ ਨਾ, ਆਪਾਂ ਉਹਦੇ ਗੁਣ ਗਾਉਂਦੇ ਗਾਉਂਦੇ ਸ਼ਾਂਤ ਹੋ ਜਾਵਾਂਗੇ। ਇਸ ਕਰਕੇ ਗੁਰੂ ਪਾਤਸ਼ਾਹ ਫਰਮਾਨ ਕਰਦੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ, ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ, ਜਸ ਲਿਖਿਆ ਨਾ ਜੀ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ, ਜਸ ਲਿਖਿਆ ਨਾ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ, ਜਸ ਲਿਖਿਆ ਨਾ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ। ਜਸ ਲਿਖਿਆ ਨਾ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ, ਜਸ ਲਿਖਿਆ ਨਾ ਜੀ ਜਾਵੇ, ਲੱਖਾਂ ਮਾਣਾ ਕਾਗਜ਼ਾਂ ਤੇ, ਜਸ ਲਿਖਿਆ
ਜਸ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਤੇ ਲਖਾਵਣਾ ਜੀ ਕਾਗਜ਼ਾਂ ਤੇ ਲਖਾਵਣਾ ਜੀ ਕਾਗਜ਼ਾਂ ਤੇ ਓ ਲਖਾਵਣਾ ਜੀ ਕਾਗਜ਼ਾਂ ਤੇ ਓ ਲਖਾਵਣਾ ਜੀ ਕਾਗਜ਼ਾਂ ਤੇ ਲਖਾਵਣਾ ਜੀ ਕਾਗਜ਼ਾਂ ਤੇ ਲਖਾਵਣਾ ਜੀ ਕਾਗਜ਼ਾਂ ਤੇ ਓ ਲਖਾਵਣਾ ਜੀ ਕਾਗਜ਼ਾਂ ਤੇ ਓ ਲਖਾਵਣਾ ਜੀ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ ਲਖਾਵਣਾ 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 ਕਾਗਜ਼ਾਂ ਤੇ ਸਤ ਸਮੁੰਦੇ ਮਸ ਕਰੋ ਕਲਮ ਕਰੋ ਬਨ ਰਾਏ ਵਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨ ਜਾਏ ਭਗਤ ਜੀ ਕਹਿੰਦੇ ਪਰਮੇਸ਼ਰ ਦਾ ਜਸ ਅਪਰੰਪਾਰ ਹੈ। ਪਰਮੇਸ਼ਰ ਦੀ ਜੋ ਕਥਾ ਹੈ ਬਹੁਤ ਲੰਬੀ ਜ਼ਿਆਦੀ ਹੈ। ਸਤਿਗੁਰੂ ਫਰਮਾਨ ਕਰਦੇ ਨੇ ਪ੍ਰਭ ਕੀ ਅਕਥ ਕਹਾਣੀ ਤੈਨੇ ਜਾਣੀ ਜਿਸ ਆ ਪ੍ਰਭ ਕਿਰਪਾ ਕਰੇ ਅੰਮ੍ਰਿਤ ਹੀਆ ਫਿਰ ਨਾ ਮੂਆ ਕਲ ਕਲੇਸ਼ਾਂ ਦੁੱਖ ਹਰੇ। ਪ੍ਰਭੂ ਦੀ ਕਹਾਣੀ ਤਾਂ ਅਕਥ ਹੈ, ਆਪਣੇ ਆਪ ਕੋਈ ਕਥਨ ਨਹੀਂ ਕਰ ਸਕਦਾ, ਪਰ ਜਿਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਉਹ ਜਾਣ ਲੈਂਦਾ ਹੈ। ਜਿਹਨੇ ਫਿਰ ਜਾਣ ਲਈ, ਜਿਹਨੇ ਕਥਾ ਦਾ ਰਸ ਜਿਹਨੂੰ ਆ ਗਿਆ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਅਮਰ ਹੋ ਜਾਂਦਾ ਹੈ। ਉਹਦੇ ਜਿਹੜੇ ਜੰਮਣ ਮਰਨ ਦੇ ਦੁੱਖ ਕਲੇਸ਼ ਨੇ ਸਾਰੇ ਖਤਮ ਹੋ ਜਾਂਦੇ ਨੇ। ਪਰ ਇਹਨੂੰ ਪਾ ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਿਮਰਤਾ ਜ਼ਰੂਰ ਚਾਹੀਦੀ ਹੈ। ਜੇ ਬੰਦੇ ਨੇ 4 ਅੱਖਰ ਪੜ੍ਹ ਲਏ ਉਹਦਾ ਉਹੀ ਆਪਣੇ ਆਪਣਾ ਮਾਣ ਕਰੀ ਜਾਵੇ। ਆਪ ਕੋ ਦੀਰ ਕਹਿੰਦੀਰ ਕਰ ਮਾਨਾ ਔਰਨ ਕੋ ਲਗ ਮਾਤ। ਆਪਣੇ ਆਪ ਨੂੰ ਵੱਡਾ ਮੈਂ ਜਿੰਨੀ ਪੜ੍ਹ ਲਈ ਬਸ ਇੰਨੀ ਹੈ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂਗਾ। ਇਸੇ ਦੁਨੀਆ ਦੇ ਵਿੱਚ ਬਹੁਤ ਹੋਏ ਹੈ। ਇੱਕ ਵਾਰ ਦਾ ਜ਼ਿਕਰ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਖੀ ਪ੍ਰਵਾਨ ਮਿਲਦਾ ਹੈ ਵੀ ਜਿਸ ਵੇਲੇ ਗੁਰੂ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਨਾ ਕਾਂਸੀ ਪਹੁੰਚੇ ਹੈ, ਬਨਾਰਸ। ਇਹ ਹਿੰਦੂਆਂ ਦਾ ਜੋਗਾ ਪੁਰਾਣਾ ਮਾਨੋ ਕਿ ਵਿਦਿਆ ਦਾ ਕੇਂਦਰ ਹੈ। ਇਸ ਕਰਕੇ ਕਾਂਸੀ, ਜਿਵੇਂ ਖਾਲਸੇ ਦੀ ਕਾਂਸੀ ਗੁਰੂ ਪਾਤਸ਼ਾਹ ਨੇ ਵਰ ਦਿੱਤਾ ਦਮਦਮਾ ਸਭ ਧਰਤੀ ਨੂੰ। ਹੁਣ ਇੱਥੇ ਗੁਰੂ ਮਹਾਰਾਜ ਜੀ ਪਹੁੰਚੇ ਹੈ, ਬਾਲਾ ਤੇ ਮਰਦਾਨਾ ਨਾਲ ਨੇ।
एक रमणीक जगह देख के गुरु पातशाह जी ने अपना उतारा किया, जिथे अजकल गुरु का बाग गुरुद्वारा शोभत है, उथे गुरु पातशाह जी बैठे है। जदों गुरु पातशाह ने उथे भाव के अपना डेरा किया, सिख संगतां नूं पता लग्या तां कहंदे जल दे हड़ वांगू संगतां बड़ियां आउण लग पईयां, नमस्कारां करदियां ने गुरु पातशाह दे पर वचन सुन के बड़ा आनंद आ रहा है, बड़ी महिमा हो रही है गुरु पातशाह जी उत्थे। उस वेले कहंदे कांसी दे विच एक बहुत उच्च कोटि दा विद्वान जिन्हें बहुत ग्रंथ पढ़े, उन्होंने पता लग्या मानो कि जिन्हें चारे वेद 6 शास्त्र 18 पुराण 27 सिमरतियां 52 उपनिषद आदिक सारे अध्ययन किया होया है, जिहड़ा भविखत प्राण है मानो कि ग्रंथ वह भी पढ़िया होया भी, जिहदे विच ये लिखिया भी कलयुग दे विच गुरु भावे कि अकाल पुरख वाहिगुरु गुरु नानक के रूप दे विच आउणगे, जो सारी धरती दा उधार करनगे। पढ़िया भी है, पर जदों नूं पता लग्या भी 3 फकीर आए ने, तिन्हां दे विच एक नूं गुरु नानक कहा जांदा है। उस वेले कहंदे फिर अपने नाल होर 4-5 विद्वान पंडित ले गुरु पातशाह जी कोल पहुंचे है, क्योंकि जेड़े रखालू ओक ने वो समझते भी साडे थां ते आके एडी इहदी चढ़ाई हो रही, एडी पूजा हो रही है इहदी। जदों गुरु पातशाह दे कोल भाव के सिख संगतां दा इकट्ठ देखिया, वो पैर तो लेके सिर दी चोटी तक छड़ बल गया सीगा। ईरखा दे विच शांति तो है ही नहीं सीगी। वो तो गुरु पातशाह दे वचन ने जेता पढ़िया तेता कढ़िया, अंदर हंकार बहुत है। गुरु की महिमा दे के मन विच खुणस खादी, हंकार खादा, जिमें गुरु पातशाह बाणी विच फरमान करदे ने ना, चंगी लगे ना गुरां दी महिमा, मन मुख बंदियां नूं लगे ना गुरां दी महिमा, मन मुख बंदियां नूं लगे ना गुरां दी महिमा, गुरां दी महिमा, मन मुख बंदियां नूं लगे ना गुरां दी वही महिमा, मन मुख बंदियां नूं मन मुख जी बंदियां नूं, मन मुख जी बंदियां नूं, मन मुख जी बंदियां नूं, मन मुख जी बंदियां नूं।
ਮਨ ਮੁਖ ਜੀ ਬੰਦਿਆਂ ਨੂੰ, ਮਨ ਮੁਖ ਜੀ ਬੰਦਨੋ, ਮਨ ਮੁਖ ਜੀ ਬੰਦਿਆਂ ਨੂੰ, ਓ ਮਨ ਮੁਖ ਜੀ ਬੰਦਿਆਂ ਨੂੰ। ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ, ਲੱਗੇ ਨਾ ਗੁਰਾਂ ਦੀ ਭਾਈ ਮਹਿਮਾ, ਮਨ ਮੁਖ ਬੰਦਿਆਂ ਨੂੰ। ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ, ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ। ਇਸ ਕਰਕੇ ਜਦੋਂ ਦੇਖਿਆ ਗੁਰੂ ਦੀ ਮਹਿਮਾ ਵਡਿਆਈ, ਤਾਂ ਉਹਨੂੰ ਇਹ ਸੋਚਿਆ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਐਡੀ ਪੂਜਾ, ਐਡਾ ਮਾਣ ਵਾਲਾ ਕਿਹੜਾ ਆ ਗਿਆ। ਇਹ ਤਾਂ ਇਹ ਨਹੀਂ ਗਿਆ ਵੀ ਜਿੱਥੇ ਹੁਣ ਕੀਰਤਨ ਹੋ ਰਿਹਾ ਚਲ ਆਪਾਂ ਵੀ ਬਹਿ ਕੇ ਗੁਣ ਗਾ ਲਈਏ ਰੱਬ ਦੇ, ਇਹ ਤਾਂ ਹੈ ਨਹੀਂ ਸੀ ਨਾ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾਖ ਤਰ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲਾ ਚ ਦੁਖ ਪਾਵੈ ਜਮ ਕਾਲ ਸਹਿ ਸ੍ਰੀ ਡੰਡਾ। ਜਿਹੜੀ ਪੜ੍ਹਾਈ ਵਿਦਿਆ ਨੇ ਇਹ ਹੋਰ ਚੀਜ਼ ਹੈ, ਜਿਹੜੀ ਨਿਮਰਤਾ ਭਗਤੀ ਹੋਰ ਚੀਜ਼ ਹੈ। ਮਹਾਤਮਾ ਇਹ ਕਹਿੰਦੇ ਨੇ ਕਿ ਜਿੱਥੋਂ ਵਿਦਿਆ ਖਤਮ ਹੁੰਦੀ ਹੈ ਉੱਥੋਂ ਮਹਾਤਮਾ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਜਿੱਥੋਂ ਸਾਰੇ ਗ੍ਰੰਥ ਮੁੱਕ ਜਾਂਦੇ ਨੇ ਨਾ, ਉੱਥੋਂ ਸਾਧੂਆਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਹੁਣ ਇਹਨੂੰ ਸੀ ਮੈਂ ਬਹੁਤ ਪੜ੍ਹਿਆ, ਇਹਦਾ ਸੁਭਾਅ ਸੀ ਜਿਹੜਾ ਕਿ ਇੱਥੇ ਬਾਰ ਸਾਧੂ ਮਹਾਤਮਾ ਆਉਂਦਾ ਕਾਂਸੀ ਦੇ ਵਿੱਚ, ਗੋਪਾਲ ਦੱਤ ਨਾਮ ਹੈ ਇਹਦਾ, ਉਹਦੇ ਨਾਲ ਇਹਨੇ ਜਾ ਕੇ ਭਾਵੇਂ ਕਿ ਸ਼ਸਤਰਾਂ ਦੀ ਚਰਚਾ ਕਰਨੀ। ਜੇ ਕੋਈ ਅਨਪੜ੍ਹ ਆ ਜਾਣਾ ਉਹਨੂੰ ਬੜੀਆਂ ਤਰਕਾਂ ਮਾਰਨੀਆਂ, ਬੜੇ ਫਿੱਕੇ ਬੋਲ ਬੋਲਣੇ। ਇੱਥੇ ਕਾਹ ਤੋਂ ਆਇਆ, ਕਿਉਂ? ਭਾਵ ਕਿ ਸਾਧੂ ਬੜੀਆਂ ਭੇਖ ਨੂੰ ਲਾਦ ਲਾਈ ਤੈਂ, ਕੱਢ ਦਿੰਦਾ ਸੀ। ਇਹੀ ਸੁਭਾਅ ਦੇ ਨਾਲ ਗੁਰੂ ਪਾਤਸ਼ਾਹ ਦੇ ਕੋਲ ਗਿਆ। ਗੁਰੂ ਪਾਤਸ਼ਾਹ ਨੇ ਪੁੱਛਦਾ, ਕਹਿੰਦੇ ਆਪ ਨੇ ਕਿਹੜੇ ਕਿਹੜੇ ਸ਼ਸਤਰ ਪੜ੍ਹੇ ਆ? ਪਾਤਸ਼ਾਹ ਜੀ ਕਹਿੰਦੇ ਸ਼ਸਤਰ ਪੜ੍ਹਨਾ, ਤੇ ਕਹਿੰਦੇ ਪੜ੍ਹਨਾ ਪੜ੍ਹਾਉਣਾ ਤਾਂ ਕਹਿੰਦੇ ਪੰਡਤਾਂ ਦਾ ਕੰਮ ਹੈ, ਸਾਡਾ ਕੰਮ ਥੋੜਾ ਏ। ਅਸੀਂ ਤਾਂ ਕਹਿੰਦੇ ਭਾਵੇਂ ਕਿ ਰਮਤੇ ਸਾਧੂ ਆ, ਸਾਡਾ ਕੰਮ ਨਹੀਂ ਹੈ। ਗੋਪਾਲ ਦੱਤ ਕਹਿਣ ਲੱਗਾ, ਜੇ ਤੁਹਾਡਾ ਪੜ੍ਹਨਾ ਪੜ੍ਹਾਉਣਾ ਕੰਮ ਨਹੀਂ, ਤੁਹਾਡਾ ਕੰਮ ਕੀ ਆ? ਕੀ ਹੈ? ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਸਾਡਾ ਕੰਮ ਆਪ ਜਪਣਾ ਤੇ ਹੋਰਾਂ ਤੋਂ ਜਪਾਉਣਾ, ਇਹ ਕੰਮ ਸਾਧੂਆਂ ਦਾ ਹੈ। ਅਸੀਂ ਸਾਡਾ ਕੰਮ ਨਹੀਂ ਹੈ। ਕਬੀਰ ਸੇਵਾ ਕੋ ਦੋ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸਾਡਾ ਤਾਂ ਆਹ ਕੰਮ ਹੈ। ਜੇ ਤੇਰਾ ਵੀ ਹੈ ਜੀ ਕਰਦਾ ਹੈ ਤਾਂ ਬਹਿ ਜਾ ਇੱਥੇ। ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਸਾਡਾ ਆਪ ਜਪੜਾ ਤੇ ਹੋਰਾਂ ਤੋਂ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਜਪਣਾ ਤੇ ਹੋਰਾਂ ਤੋਂ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਆਪ ਜਪਣਾ ਤੇ ਹੋਰਾਂ ਤੋਂ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਜਪਣਾ ਤੇ ਹੋਰਾਂ ਤੋਂ ਜਪਾਉਣਾ, ਉਹ ਕੰਮ ਸਾਧੂਆਂ ਦਾ।
ਕੰਮ ਸਾਧੂਆਂ ਦਾ, ਜਪਣਾ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਣਾ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਣਾ ਤੇ ਹੋਰਾਂ ਤੋਂ ਜਪਾਉਂਦੇ, ਸੋ ਕੰਮ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ, ਇਹੋ ਕੰਮ ਹੈ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ, ਇਹੋ ਕੰਮ ਜੀ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ, ਇਹੋ ਕੰਮ ਜੀ ਸਾਧੂਆਂ ਦਾ। ਇਹੋ ਕੰਮ ਜੀ ਸਾਧੂਆਂ ਦਾ, ਇਹੋ ਕੰਮ ਜੀ ਸਾਧੂਆਂ ਦਾ। ਜਪਣਾ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਜਪਦੇ ਤੇ ਹੋਰਾਂ ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਤੋਂ ਜਪਾਉਂਦੇ, ਇਹੋ ਕੰਮ ਸਾਧੂਆਂ ਦਾ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਡਾ ਕੰਮ ਤਾਂ ਇਹ ਹੀ ਨਹੀਂਗਾ। ਨਾਲੇ ਗੋਪਾਲ ਦੱਤ ਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ, ਉਹਦੇ ਵਿੱਚ ਲਿਖਿਆ ਵੀ ਅਕਾਲ ਪੁਰਖ ਵਾਹਿਗੁਰੂ ਕਲਯੁਗ ਦੇ ਵਿੱਚ ਗੁਰੂ ਨਾਨਕ ਦੇ ਰੂਪ ਦੇ ਵਿੱਚ ਆਉਣਗੇ। ਦੇਖ ਵੀ ਰਿਹਾ, ਪੜ੍ਹਿਆ ਵੀ, ਨਾਂ ਵੀ ਉਹੀ ਹੈ। ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੀ ਮੱਛੀ ਆ ਨਾ ਆਏ ਨਹੀਂ ਮੁੜਦੀ ਹੁੰਦੀ, ਉਹ ਪੱਥਰ ਝੱਟ ਕੇ ਮੁੜਦੀ ਹੁੰਦੀ ਹੈ। ਫਿਰ ਵੀ ਭਾਵੇਂ ਕਿ ਐਡਾ ਔਗਣ ਕਰਦਾ ਹੈ ਗੁਰੂ ਪਾਤਸ਼ਾਹ ਦੇ ਅੱਗੇ ਆਪਣੇ ਥੋੜ੍ਹੇ ਗੁਣਾਂ ਦੀ, ਥੋੜ੍ਹੀ ਵਿਦਿਆ ਦਾ ਮਾਣ ਕਰ ਰਹੇ ਆ ਵੀ ਮੈਂ ਤਾਂ ਬਹੁਤ ਪੜ੍ਹਿਆ ਹੋਇਆ। ਉਹ ਭਾਵੇਂ ਕਿ ਔਗਣ ਹੀ ਹੈ, ਅਪਰਾਧ ਹੀ ਹੈ, ਇਹ ਸਭ ਕੁਝ ਜਾਣਦਾ, ਪੜ੍ਹਿਆ ਵੀ ਹੈ। ਜਿਵੇਂ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੇ ਕੁਛ ਲਾਥ ਆ ਦੀਪ ਕੂਏ ਪਰੈ। ਭਗਤ ਜੀ ਕਹਿੰਦੇ ਜਿਹੜਾ ਮਨ ਸਭ ਬਾਤ ਜਾਣਦਾ ਹੈ, ਫਿਰ ਵੀ ਜਾਣ ਬੁੱਝ ਕੇ ਸਾਧੂ ਨੇ, ਮਹਾਤਮਾ ਨੇ ਪਤਾ ਨਹੀਂਗਾ, ਫਿਰ ਵੀ ਕਹਿੰਦੇ ਜਾਣ ਬੁੱਝ ਕੇ ਔਗਣ ਕਰਦਾ। ਗੁਰੂ ਪਾਤਸ਼ਾਹ ਨੂੰ ਵਾਰ-ਵਾਰ ਕਹਿੰਦਾ ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਚਰਚਾ ਕਰੋ। ਇੱਕ ਇਹ ਹੈ ਨਾ, ਜਿਵੇਂ ਕਹਿੰਦੇ ਸ਼ਮੇਰ ਪਰਬਤ ਅੱਗੇ ਮੱਛਰ ਦੀ ਕੀ ਹਿੰਮਤ ਹੈ ਵੀ ਉਹਨੂੰ ਹਿਲਾ ਦੂਗਾ ਉਹ। ਪਰ ਪੜ੍ਹਿਆ ਵੀ ਹੈ, ਗਿਆਨ ਵੀ ਸੋਝੀ ਹੈ, ਪਰ ਮਨ ਦਾ ਇੰਨਾ ਭਾਵ ਕਿ ਹੰਕਾਰੀ ਹੋਇਆ ਪਿਆ। ਮਹਾਰਾਜ ਕਹਿੰਦੇ ਜਿਹੜਾ ਤੈਨੂੰ ਹੰਕਾਰਨਾ ਚਾਰ ਅੱਖਰਾਂ ਦਾ, ਇਹ ਚੰਗਾ ਨਹੀਂ ਹੈ।
ਇਹ ਚੰਗਾ ਨਹੀਂ। ਜਿਹਨੂੰ ਲੱਗ ਗਿਆ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਕਹਿੰਦੇ ਭਾਈ ਬਹੁਤ ਤੰਗ ਕਰਦਾ ਹੈ, ਹਉਮੈ ਦੀਰਘ ਰੋਗ ਹੈ, ਬੜਾ ਲੰਮਾ ਹੈ। ਪਰ ਜਿਹਨੂੰ ਲੱਗ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਖਾਨਾ ਖਰਾਬ ਕਰ ਦਿੰਦਾ ਹੈ। ਇਸ ਕਰਕੇ ਗੁਰਬਾਣੀ ਦਾ ਫੈਸਲਾ ਹੈ, ਇਹ ਲੱਗ ਨਾ ਕਿਸੇ ਨੂੰ ਪਾਈ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਤਾਂ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਪਾਈ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਤਾਂ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਹਉਮੈ ਵਾਲਾ ਜੀ ਰੋਗ ਬੁਰਾ, ਹਉਮੈ ਵਾਲਾ ਤਾਂ ਰੋਗ ਬੁਰਾ, ਹਉਮੈ ਵਾਲਾ ਜੀ ਰੋਗ ਬੁਰਾ, ਹਉਮੈ ਵਾਲਾ ਜੀ ਰੋਗ ਬੁਰਾ ਹਉਮੈ ਵਾਲਾ ਜੀ ਰੋਗ ਬੁਰਾ, ਹਉਮੈ ਵਾਲਾ ਜੀ ਰੋਗ ਬੁਰਾ, ਹਉਮੈ ਵਾਲਾ ਜੀ ਰੋਗ ਬੁਰਾ, ਓ ਹਉਮੈ ਵਾਲਾ ਜੀ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਪਾਈ ਜਾਵੇ, ਹਉਮੈ ਵਾਲਾ ਰੋਗ ਬੁਰਾ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਤਾਂ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਬੁਰਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹ ਹੈ ਨਾ, ਇਹ ਰੋਗ ਬੜਾ ਭੈੜਾ ਹੈ। ਹੁਣ ਗੋਪਾਲ ਦੱਤ ਨੂੰ ਬੜਾ ਲੱਗਿਆ,
ਵੀ ਬਸ ਮੈਂ ਹੀ ਆ, ਮੈਂ ਜਿੰਨੀ ਵਿਦਿਆ ਪੜ੍ਹ ਲਈ ਹੋਰ ਤਾਂ ਗਾਹ ਹੈ ਹੀ ਨਹੀਂ ਗੀ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਇੰਨੀ ਮਾਰ ਮੱਤ ਮਾਰ ਦਿੱਤੀ। ਉਹ ਕਹਿਣ ਲੱਗੇ ਜਿਹੜਾ ਇਹ ਕਾਂਸੀ ਹੈ ਜੁਗਾ ਜੁਗੰਤਰਾਂ ਤੋਂ ਹਿੰਦੂਆਂ ਦਾ ਵਿਦਿਆ ਦਾ ਕੇਂਦਰ ਹੈ, ਇੱਥੇ ਆਪ ਕਿਉਂ ਆਏ ਹੋ ਜੇ ਪੜ੍ਹੇ ਨਹੀਂ ਗਏ? ਪੂਰੇ ਪੜ੍ਹਿਆਂ ਲਿਖਿਆਂ ਦਾ ਸਨਮਾਨ ਹੈ, ਅਨਪੜ੍ਹਤਾ ਨੂੰ ਇੱਥੇ ਕੋਈ ਜਗ੍ਹਾ ਨਹੀਂ ਹੈ, ਕੋਈ ਜਗ੍ਹਾ ਨਹੀਂ। ਪਾਤਸ਼ਾਹ ਜੀ ਕਹਿੰਦੇ ਬਾਣੀ ਵਿੱਚ ਲਿਖਿਆ ਨਾ, ਕਹਿੰਦੇ ਕਿੰਨਾ ਕੁ ਪੜ੍ਹਿਆ ਤੂੰ? ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਪੜ੍ਹੀਐ ਜੇਤੇ ਵਰਸ ਵਰਸ, ਪੜ੍ਹੀਐ ਜੇਤੇ ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹਰ ਹਉਮੈ ਝਖਣਾ ਝਾਖ। ਪਾਤਸ਼ਾਹ ਕਹਿੰਦੇ ਕੋਈ ਮਨ ਵਿੱਚ ਵਸਾਇਆ ਵੀ ਅੱਖਰ ਕਿ ਨਹੀਂ? ਇਹ ਜਿਹੜੀਆਂ ਬਾਜ ਪੜ੍ਹਾਈਆਂ ਨੇ ਗੁਰਬਾਣੀ ਨੇ, ਜੇ ਇਹਨਾਂ ਵਿੱਚ ਆਪਣਾ ਕੋਈ ਨਿਤਨੇਮ ਨਹੀਂ, ਆਪਾਂ ਆਪਣੇ ਹਿਰਦੇ ਵਿੱਚ ਕੋਈ ਨਿਮਰਤਾ ਵਾਲੀ ਗੱਲ ਨਹੀਂ ਧਾਰਨ ਕੀਤੀ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਲੇਖੇ ਵਿੱਚ ਨਹੀਂ ਹੈਗੀਆਂ ਇਹ। ਜਿੰਨੀ ਮਰਜ਼ੀ ਪੜ੍ਹਾਈ ਪੜ੍ਹੋ, ਪਰ ਜੇ ਉਹਦੇ ਵਿੱਚ ਗੁਰੂ ਨਾਨਕ ਦੀ ਬਾਣੀ ਨਹੀਂ ਹੈ, ਵਿੱਚ ਨਿਮਰਤਾ ਨਹੀਂ ਹੈ, ਗੁਰੂ ਮਹਾਰਾਜ ਕਹਿੰਦੇ ਫਿਰ ਤਾਂ ਪੜ੍ਹੀਆਂ ਪੜ੍ਹਾਈਆਂ ਸਾਰੀਆਂ ਖੂਚ ਨੇ, ਫਿਰ ਤਾਂ ਖੂਚ ਨੇ ਸਾਰੀਆਂ। ਇਹ ਪੜ੍ਹੀਆਂ ਤਦੇ ਕੰਮ ਆਉਣਗੀਆਂ ਜੇ ਪੜ੍ਹ ਕੇ ਕਿਸੇ ਤੇ ਪਰਉਪਕਾਰ ਕੀਤਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਜੇ ਲੋਕਾਂ ਦੇ ਨਾਲ ਸਿੰਗੜ ਆਉਣੇ ਨੇ ਪੜ੍ਹ ਪੜ੍ਹ ਕੇ, ਫਿਰ ਤਾਂ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਐ, ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਲੇਖੇ ਵਿੱਚ ਗੱਲ ਪੈਣੀ, ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆ। ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆ। ਬਹੁਤੀਆਂ ਪੜ੍ਹਾਈਆਂ ਵਾਲਿਆ। ਇੱਕੋ ਗੱਲ ਲੇਖੇ ਵਿੱਚ ਪੈਣੀ, ਬਹੁਤੀਆਂ ਪੜ੍ਹਾਈਆਂ ਵਾਲਿਆ। ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆ। ਬਹੁਤੀਆਂ ਪੜ੍ਹਾਈਆਂ ਵਾਲਿਆ। ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆ। ਬਹੁਤੀਆਂ ਜੀ ਪੜ੍ਹਾਈਆਂ ਵਾਲਿਆਂ, ਬਹੁਤੀਆਂ ਜੀ ਪੜ੍ਹਾਈਆਂ ਵਾਲਿਆਂ। ਬਹੁਤੀਆਂ ਜੀ ਪੜ੍ਹਾਈਆਂ ਵਾਲਿਆਂ, ਉਹ ਬਹੁਤੀਆਂ ਜੀ ਪੜ੍ਹਾਈਆਂ ਵਾਲਿਆਂ। ਇੱਕੋ ਗੱਲ ਲੇਖੇ ਵਿੱਚ ਪੈਣੀ, ਬਹੁਤੀਆਂ ਪੜ੍ਹਾਈਆਂ ਵਾਲਿਆ। ਇੱਕੋ ਲੇਖੇ ਗੱਲ ਵਿੱਚ ਪੈਣੀ,
ਬਹੁਤੀਆਂ ਪੜਾਈਆਂ ਵਾਲਿਆ। ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜਾਈਆਂ ਵਾਲਿਆ। ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜਾਈਆਂ ਵਾਲਿਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਮਰਜ਼ੀ ਪੜ੍ਹ ਲੈ, ਵਾਰ-ਵਾਰ ਕਹਿੰਦੇ ਮਹਾਰਾਜ ਨੂੰ ਮੇਰੇ ਨਾਲ ਚਰਚਾ ਕਰੋ, ਨੇ ਇੱਥੋਂ ਉੱਠ ਕੇ ਚਲੇ ਜਾਓ। ਪਾਤਸ਼ਾਹ ਜੀ ਕਹਿੰਦੇ ਜੇ ਤੇਰਾ ਚਰਚਾ ਕਰਨ ਬਿਨ ਨਹੀਂ ਸਰਦਾ। ਉਸ ਵੇਲੇ ਕਹਿੰਦੇ ਪਾਤਸ਼ਾਹ ਨੇ ਉਰਾਂ ਪਰਾਂ ਵੀ ਦੇਖਿਆ ਸੀ ਵੀ ਕੋਈ ਅਨਪੜ੍ਹ ਬੰਦਾ ਹੋਵੇ ਜਿਹੜੀ ਇਹਦੇ ਨਾਲ ਚਰਚਾ ਕਰਾ ਦਈਏ। ਐਸਾ ਸਬੱਬ ਨਾ ਬਣਿਆ। ਕਹਿੰਦੇ ਉੱਥੇ ਇੱਕ ਕੁੱਤਾ ਮਰਿਆ ਪਿਆ ਸੀਗਾ। ਪਾਤਸ਼ਾਹ ਨੇ ਦ੍ਰਿਸ਼ਟੀ ਮਾਰੀ, ਦੇਖਿਆ ਵੀ ਇਹਨਾਂ ਦੇ ਕੁੱਲ ਵਿੱਚੋਂ ਹੀ ਹੈ ਬੰਦਾ, ਇਹ ਜਿਹੜਾ ਕੁੱਤਾ ਨਾ ਇਹਨਾਂ ਦੇ ਕੁੱਲ ਵਿੱਚੋਂ ਹੀ ਹੈ। ਪਾਤਸ਼ਾਹ ਕਹਿੰਦੇ ਚੰਗਾ ਫਿਰ ਸਾਡੇ ਵੱਲੋਂ ਤੈਨੂੰ ਅਸੀਂ ਕਹਿੰਦੇ ਪੰਡਤ ਹੀ ਦੇ ਦਿੰਦੇ ਆ। ਕਹਿੰਦੇ ਸਾਡੇ ਵੱਲੋਂ ਚਰਚਾ ਉਹਦੇ ਨਾਲ ਕਰ ਲਈ ਤੂੰ। ਉਸ ਵੇਲੇ ਮਰਦਾਨੇ ਨੂੰ ਕਿਹਾ, ਕਹਿੰਦੇ ਭਾਈ ਮਰਦਾਨੇ ਆ ਸਤਿਨਾਮ ਵਾਹਿਗੁਰੂ ਕਹਿ ਕੇ ਕਹਿੰਦੇ ਜਲ ਦਾ ਛਿੱਟਾ ਮਾਰੇ ਤੇ ਛਿੱਟਾ ਮਾਰਿਆ। ਉਸ ਵੇਲੇ ਮਾਨੋ ਕਿ ਕਹਿੰਦੇ ਕੁੱਤੇ ਨੂੰ ਆਵਾਜ਼ ਮਾਰੀ, ਕਹਿੰਦੇ ਉੱਠ ਪੰਡਤ, ਹਾਂ ਤੇਰਾ ਭਾਈਚਾਰਾ ਆਇਆ, ਇਹਦਾ ਚਰਚਾ ਕਰਨੀ ਹੈ। ਕਹਿੰਦੇ ਕੁੱਤਾ ਉੱਠ ਕੇ ਮਾਨੋ ਗੁਰੂ ਪਾਤਸ਼ਾਹ ਦੇ ਕੋਲ ਆ ਗਿਆ, ਕਿਉਂਕਿ ਗੁਰੂ ਪਾਤਸ਼ਾਹ ਦੇ ਵਿੱਚ ਇਹ ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰੂ ਪਾਤਸ਼ਾਹ ਦੇ ਵਿੱਚ ਇਹ ਸਮਰੱਥਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਕੁੱਤੇ ਨੂੰ ਨਾ ਐਸੀ ਦ੍ਰਿਸ਼ਟੀ ਮਾਰੀ, ਕੁੱਤਾ ਉੱਠ ਕੇ ਕੋਲ ਆ ਗਿਆ। ਕਿਉਂ ਗੁਰੂ ਪਾਤਸ਼ਾਹ ਦੀ ਬਾਣੀ ਦੱਸਦੀ ਹੈ ਨਾ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਓ ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ। ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ। ਮਾਰ ਜਵਾਲੇ, 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 ਮਾਰ ਜਵਾਲੇ। ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ, ਓ ਸਤਿਗੁਰ ਮੇਰਾ ਜੀ ਮਾਰ ਜਵਾਲੇ, ਮਾਰ ਜਵਾਲੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਿਰਤ ਕੋ ਜੀਵਾਲਣ ਹਾਰ,
ਭੁੱਖੇ ਕੋ ਦੇਵਤ ਉਧਾਰ। ਹੁਣ ਉਹ ਕੋਤੇ ਨੂੰ ਜਦੋਂ ਉੱਠ ਕੇ ਪਾਸ ਆਇਆ, ਉਸ ਵੇਲੇ ਜਿਹੜੇ ਬ੍ਰਾਹਮਣ ਥੋੜੇ ਗੁੱਸੇ ਵੀ ਹੋਏ ਸੀਗੇ ਵੀ ਸਾਡੀ ਸਭ ਤੋਂ ਉੱਚ ਕੋਟੀ ਦੀ, ਮਾਨੋ ਕਿ ਉੱਚੀ ਜਾਤ ਬ੍ਰਾਹਮਣ ਹੈ, ਸਾਨੂੰ ਇਹਨੇ ਕੁੱਤਿਆਂ ਦੇ ਤੁਲ ਕਰ ਦਿੱਤਾ। ਫਿਰ ਦੂਜੀ ਗੱਲ ਭਾਈਚਾਰਾ। ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਸਾਡਾ ਐਡਾ ਨਰਾਦਰ, ਇਹ ਕੁੱਤੇ ਨੂੰ ਸਾਡੇ ਨਾਲ ਕਰ ਦਿੱਤਾ। ਪਾਤਸ਼ਾਹ ਜੀ ਕਹਿੰਦੇ, ਪੰਡਤ ਅਸੀਂ ਇਹਨੂੰ ਤਾਂ ਕਿਹਾ, ਇਹ ਤੁਹਾਡੇ ਨਾਲੋਂ ਵਿਦਿਆ ਵੱਧ ਪੜ੍ਹਿਆ, ਮੰਨੋ ਕਹਿੰਦੇ ਘੱਟ ਨਹੀਂ, 2 ਅੱਖਰ ਵੱਧ ਹੀ ਹੈ ਤੁਹਾਡੇ ਨਾਲੋਂ। ਇਹ ਭਾਈਚਾਰੇ ਦੀ ਗੱਲ ਰਹੀ, ਇਹ ਤੁਹਾਨੂੰ ਆਪੇ ਦੱਸ ਦੂਗਾ। ਉਸ ਵੇਲੇ ਕਹਿੰਦੇ ਗੱਲਾਂ ਕਰਦੇ ਨੇ ਉਹਨਾਂ ਦੇ ਭਾਵ ਕਿ ਜਿਹੜੇ ਜਵਾਨਾਂ ਨੇ ਉਹ ਥਾਣ ਲਾਉਣ ਲੱਗ ਗਈਆਂ ਸੀਗੀਆਂ ਵੀ ਕੋਈ ਮੁੱਲੀ ਭਾਵ ਕਿ ਮਾਮੂਲੀ ਸਾਧ ਨਹੀਂ ਹੈ ਕੋਈ, ਇਹ ਤਾਂ ਕੋਈ ਅਵਤਾਰੀ ਪੁਰਖ ਹੈ, ਅਵਤਾਰੀ ਪੁਰਖ ਹੈ। ਫਿਰ ਵੀ ਉਸ ਵੇਲੇ ਪਾਤਸ਼ਾਹ ਕਹਿੰਦੇ ਕਰੋ ਆਪਣੇ ਜਿਹੜੇ ਸਵਾਲ ਜਵਾਬ ਨੇ। ਫਿਰ ਉਸ ਵੇਲੇ ਕਹਿੰਦੇ ਉਹ ਕੁੱਤੇ ਨੂੰ ਪੁੱਛਦੇ ਨੇ, ਕਹਿੰਦੇ ਇਹ ਸਵਾਲ ਨੂੰ ਤੂੰ ਕਿਹੜੇ ਕਿਹੜੇ ਗ੍ਰੰਥ ਪੜ੍ਹਿਆ? ਕਿ ਸਾਰੇ ਪੜ੍ਹਿਆ ਮੈਂ। ਬੋਲਣ ਦੀ ਸਮਰੱਥਾ ਮਹਾਰਾਜ ਦੇ ਦਿੱਤੀ ਸਾਰੇ ਹੀ। ਉਸ ਵੇਲੇ ਜਿੰਨੇ ਉਹਨਾਂ ਦੇ ਭਾਵ ਕੇ ਸਵਾਲ ਸੀਗੇ ਸਾਰਿਆਂ ਦੇ ਉੱਤਰ ਬੜੀ ਵਿਦਤਾ ਦੇ ਨਾਲ, ਬੜੇ ਕਹਿੰਦੇ ਮਾਨੋ ਕਿ ਪ੍ਰਵਾਨਾਂ ਦੇ ਨਾਲ ਸਾਰੇ ਉਹਨਾਂ ਦੇ ਜਿਹੜੇ ਉੱਤਰ ਸੀ ਸਵਾਲ ਸੀ ਸਾਰਿਆਂ ਦੇ ਕਹਿੰਦੇ ਉਹਨਾਂ ਉੱਤਰਾਂ ਸਵਾਲ ਦੇ ਦਿੱਤੇ ਤੇ ਸਾਰੇ ਨਿਰੰਤਰ ਕਰ ਦਿੱਤੇ। ਉਸ ਵੇਲੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਕਹਿੰਦੇ ਪੁੱਛ ਲਓ ਹੁਣ ਆਪਾਂ ਦਾ ਭਾਈਚਾਰਾ ਵੀ। ਉਸ ਵੇਲੇ ਪੁੱਛਿਆ, ਕਹਿੰਦੇ ਹੇ ਸਵਾਨ ਇਹ ਮਹਾਤਮਾ ਨੇ ਸਾਡਾ ਭਾਈਚਾਰਾ ਤੈਨੂੰ ਕਿਉਂ ਕਿਹਾ? ਗੋਪਾਲ ਦੱਤ ਕਹਿੰਦਾ, ਅੱਗੋਂ ਕੁੱਤਾ ਬੋਲਦਾ, ਕਹਿੰਦਾ ਪੁੱਤਰ ਭਾਈਚਾਰਾ ਮੈਂ ਹੋਰਾਂ ਦਾ ਹੋਊਗਾ, ਮੈਂ ਤੇਰਾ ਨਹੀਂਗਾ, ਤੇਰਾ ਨਹੀਂ ਭਾਈਚਾਰਾ ਮੈਂ। ਕਿਉਂ? ਤੇਰਾ ਤਾਂ ਮੈਂ ਸਕਾ ਦਾਦਾ ਵਿਸ਼ਨ ਦੱਤ। ਜਦੋਂ ਇਹ ਗੱਲ ਕੀਤੀ ਕੁੱਤੇ ਨੇ, ਉਸ ਵੇਲੇ ਕਹਿੰਦੇ ਗੋਪਾਲ ਦੱਤ ਦੇ ਚਰਨ ਪੈਰਾਂ ਚੋਂ ਮਿੱਟੀ ਨਿਕਲ ਗਈ ਵੀ ਹੈ। ਕਹਿਣ ਲੱਗੇ ਜੇ ਤੂੰ ਮੇਰਾ ਦਾਦਾ ਬ੍ਰਾਹਮਣ ਉੱਚੀ ਕੁਲ ਦੇ ਵਿੱਚੋਂ ਆਹ ਕੁੱਤੇ ਦੀ ਜੌਨ ਕਿਵੇਂ ਮਿਲੀ? ਕੁੱਤੇ ਦੀ ਜੌਨ ਕਿਵੇਂ ਮਿਲੀ? ਉਸ ਵੇਲੇ ਉਹ ਵਿਸ਼ਨ ਦੱਤ ਕਹਿਣ ਲੱਗਾ, ਕਹਿੰਦੇ ਹੁਣ ਮੇਰੀ ਮੈਨੂੰ ਕੋਈ ਫਿਕਰ ਨਹੀਂ ਹੈ, ਮੈਨੂੰ ਤੁਹਾਡਾ ਬਹੁਤ ਫਿਕਰ ਆ ਹੁਣ ਵੀ ਜਿਹੜੀ ਭਾਵ ਗੱਲ ਕਰਕੇ ਮੈਂ ਆਹ ਜੌਨ ਵਿੱਚ ਠੋਕਰਾਂ ਖਾਂਦਾ ਫਿਰਦਾ ਨਾ, ਉਹੀ ਰਾਹ ਥੋਨੇ ਫੜਿਆ ਹੋਇਆ ਹੈ। ਮੇਰਾ ਵੀ ਇਹੀ ਹਾਲ ਸੀਗਾ, ਮੇਰਾ ਵੀ ਇਹੀ ਹਾਲ ਸੀ। ਜਿਹੜਾ ਇੱਥੇ ਕਹਿੰਦੇ ਜਦੋਂ ਮੈਂ ਕਹਿੰਦੇ ਵਿਸ਼ਨ ਦੱਤ ਦੇ ਰੂਪ ਵਿੱਚ ਸੀਗਾ, ਜਿਹੜਾ ਕੋਈ ਕਾਂਸੇ ਦੇ ਵਿੱਚ ਮਹਾਤਮਾ ਆਉਂਦਾ, ਜੋ ਵੀ ਵਿਦਵਾਨ ਆਉਂਦਾ, ਮੇਰਾ ਸੁਭਾਅ ਸੀ ਚਰਚਾ ਕਰਨੀ, ਹਰਾਉਣਾ, ਹਰਾ ਕੇ ਉਹਨੂੰ ਬੜਾ ਵੇਚਤ ਕਰਕੇ ਇੱਥੋਂ ਕੱਢਣਾ। ਜੇ ਕੋਈ ਨਹੀਂ ਕਰਦਾ ਸੀ ਅਨਪੜ੍ਹ ਕਰਕੇ, ਫਿਰ ਉਹਨੂੰ ਬਹੁਤ ਤੰਗ ਕਰਦਾ ਸੀਗਾ, ਬੜੀਆਂ ਉਹਨੂੰ ਭਾਵ ਕੇ ਤਰੱਕਾ ਮਾਰਨੀਆਂ, ਬੜੀਆਂ ਬੋਲੀਆਂ ਮਾਰਨੀਆਂ। ਕਹਿੰਦੇ ਇੱਕ ਦਿਨ ਦਾ ਜ਼ਿਕਰ ਹੈ, ਕਹਿੰਦੇ ਰਮ ਤੇ ਸਾਧੂ ਜਿਨ੍ਹਾਂ ਦੀ ਰਸਨਾ ਤੇਰਾ ਵੱਸਦਾ ਸੀਗਾ, ਮੈਨੂੰ ਨਹੀਂ ਪਤਾ ਸੀਗਾ, ਇੱਥੇ ਆ ਗਏ, ਇੱਥੇ ਆ ਕੇ ਬੈਠੇ ਨੇ। ਕਹਿੰਦੇ ਮੇਰਾ ਉਹੀ ਸੁਭਾਅ ਚੱਲਿਆ ਗਿਆ ਮੈਂ ਕੋਲ ਉਹਨਾਂ ਦੇ। ਮੈਂ ਕਿਹਾ ਵੀ ਮੇਰਾ ਵਿਦਿਆ ਭਾਵ ਕੇ ਚਰਚਾ ਕਰੋ। ਕਹਿਣ ਲੱਗੇ ਭਾਈ ਸਾਨੂੰ ਚਰਚਾ ਚੁਰਚਾ ਕੋਈ ਨਹੀਂ ਆਉਂਦੀ, ਸਾਨੂੰ ਕੋਈ ਵਿਦਿਆ ਨਹੀਂ ਆਉਂਦੀ, ਅਸੀਂ ਤਾਂ ਅਨਪੜ੍ਹ ਆ, ਰੱਬ ਦਾ ਨਾਮ ਜਪਦੇ ਹਾਂ ਬਸ। ਕਹਿੰਦੇ ਵਾਰ-ਵਾਰ ਮੈਂ ਉਹਨੂੰ ਕਹੀ ਗਿਆ, ਜੇ ਵਿਦਿਆ ਨਹੀਂ ਪੜ੍ਹੀ ਆ ਸਾਧੂ ਕਾਹਨੂੰ ਬਣਿਆ, ਬਾਣਾ ਕਾਹਨੂੰ ਪਾਇਆ ਤੈਂ, ਇਹਨੇ ਕਿਉਂ ਲਾਜ ਲਾਈ ਹੈ? ਮਾਨੋ ਕਹਿੰਦੇ 4-5 ਪੈਰ ਮੈਂ ਉਹਦੇ ਭਜਨ ਸਿਮਰਨ ਦੇ ਵਿੱਚ ਵਿਘਨ ਪਾਇਆ। ਬੋਲੀ ਗਿਆ ਚੱਲ ਬਈ। ਜਦੋਂ ਕਹਿੰਦੇ ਨਾ ਹਟਿਆ ਮੈਂ, ਫਿਰ ਉਹ ਗੁੱਸੇ ਵਿੱਚ ਆ ਗਏ। ਕਹਿੰਦੇ ਜੇ ਕਹਿੰਦੇ ਤੈਨੂੰ ਕਹਿੰਦੇ ਕਿਉਂ ਕੁੱਤੇ ਵਾਂਗੂ ਭੌਂਕਦਾ, ਕਿਉਂ ਕੁੱਤੇ ਵਾਂਗੂ ਭੌਂਕਦਾ ਜੀ? ਤੈਨੂੰ ਬਾਹਲੇ ਭੌਂਕਣ ਦਾ ਕਹਿੰਦੇ, ਕਿਉਂਕਿ ਬੇਅਰਥ ਕੁੱਤੀ ਭੌਂਕਦਾ ਹੁੰਦਾ ਨਾ। ਜੇ ਤੈਨੂੰ ਭੌਂਕਣ ਦਾ ਤੈਨੂੰ ਸ਼ੌਂਕ ਹੀ ਹੈ, ਕਹਿੰਦੇ ਅਗਲਾ ਜਨਮ ਤੈਨੂੰ ਕੁੱਤੇ ਦਾ ਮਿਲ ਜੂਗਾ, ਭੌਂਕੀ ਜਾਈ। ਇਹ ਕਹਿੰਦੇ ਉਹ ਮਹਾਤਮਾ ਦੇ ਵਚਨ ਸੀਗੇ।
क्यों ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਰਸਨਾ ਤੋਂ ਜੋ ਬੋਲ ਨਿਕਲਦੇ ਨੇ ਐਵੇਂ ਥੋੜਾ ਹੁੰਦੇ ਨੇ, ਉਹ ਟਲਣ ਵਾਲੇ ਨਹੀਂ ਹੁੰਦੇ। ਇਹ ਗੁਰਬਾਣੀ ਦੇ ਫੈਸਲੇ ਨੇ। ਮਾਈ ਸਤ 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 ਹਰ ਸਤ 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 ਸਾਧਾਂ, ਬਚਨ ਗੁਰ ਪੂਰੇ ਜੋ ਕਿਹੋ ਮੈਂ ਸ਼ੀ ਗਾਂਠਰੀ ਬਾਂਧਾ, ਨਿਸ ਬਾਸਰੇ ਵਿਨਾਸੀ ਖਤਰ ਸਭ ਨੇਦਾ। ਕਹਿੰਦੇ ਵਸੁਦਾ ਗਿਰ ਪਾਵਨ ਜਲ ਜਾਏਗੋ, ਇੱਕ ਬਚਨ ਸਾਧ ਅਟ ਲਾਧਾ। ਜਿਹੜੇ ਸਾਧੂਆਂ ਦੇ ਬਚਨ ਹੁੰਦੇ ਨੇ ਉਹ ਟਲਣ ਤੋਂ ਰਹਿਤ ਹੁੰਦੇ ਨੇ। ਜੋ ਬੋਲ ਦਿੱਤਾ ਬਸ ਸੱਤ ਆ ਉਹਨਾਂ ਦਾ। ਕਹਿੰਦੇ ਉਹਨਾਂ ਦੇ ਬਚਨਾਂ ਦੇ ਕਰਕੇ ਅਗਲਾ ਜਨਮ ਮੈਨੂੰ ਕੁੱਤੇ ਦਾ ਮਿਲ ਗਿਆ। ਕਈ ਜਨਮ ਹੋ ਗਏ ਮੈਨੂੰ ਹੁਣ ਆਹ ਕਾਂਸੀ ਦੇ ਗਲੇ ਵਿੱਚ ਠੋਕਰਾਂ ਖਾਂਦੇ ਨੂੰ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਵੀ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੇ ਬੋਲ ਨੇ ਨਾ ਟਲਦੇ ਨਾ ਟਲਦੇ ਬੋਲ ਫਕੀਰਾਂ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਟਲਦੇ ਬੋਲ ਫਕੀਰਾਂ ਦੇ। ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ। ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ, ਨਾ ਟਲਦੀ ਨਾ ਟਲਦੇ ਨਾ ਟਲਦੇ ਨਾ ਟਲਦੇ, ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ, ਓ ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ। ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ, ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ, ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ, ਓ ਨਾ ਟਲਦੇ ਨਾ ਟਲਦੇ ਨਾ ਟਲਦੇ ਨਾ ਟਲਦੇ। ਨਾ ਟਲਦੇ ਨਾ ਟਲਦੇ ਬੋਲ ਫਕੀਰਾਂ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਟਲਦੇ ਨਾ ਟਲਦੇ ਬੋਲ ਫਕੀਰਾਂ ਦੇ, ਨਾ ਟਲਦੇ ਨਾ ਟਲਦੇ ਬੋਲ ਫਕੀਰਾਂ ਦੇ। ਇਸ ਕਰਕੇ ਜਿਹੜੇ ਸਾਧੂਆਂ ਦੇ ਬੋਲ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਟਲਣ ਵਾਲੇ ਨਹੀਂ। ਕਿਸੇ ਨੂੰ ਵੀ ਕਹਿ ਦਿੱਤੇ, ਭਾਵੇਂ ਕਿ ਅਗਸਤ ਮੁਨੀ ਦੇ ਰੂਪ ਦੇ ਵਿੱਚ ਜਿਹੜਾ ਸਮੁੰਦਰ ਸੀ ਨਾ, ਦੇਖ ਲਓ, ਇਹ ਪਹਿਲਾਂ ਕਹਿੰਦੇ ਮਿੱਠਾ ਹੁੰਦਾ ਸੀਗਾ, ਪਰ ਸਾਧੂਆਂ ਦੇ ਨਾਲ ਇਹਨੇ ਆਡਾ ਲਾਇਆ, ਆਪਣੇ ਵੱਡੇਪਣ ਦਾ ਹੰਕਾਰ ਕੀਤਾ। ਕਈ ਇਹ ਵੀ ਕਹਿੰਦੇ ਟਟੀਰ ਦੇ ਆਂਡੇ ਇਹਨੇ ਵਿੱਚ ਲੈ ਲਏ ਸੀਗੇ। ਕਈ ਇਹ ਵੀ ਕਥਾ ਆਉਂਦੀ ਵੀ ਸਾਧੂ ਮਹਾਤਮਾ ਨੇ ਨਾ ਜਗ ਕਰਨ ਦੀ ਸਲਾਹ ਕੀਤੀ ਸੀਗੀ ਵੀ ਜਗ ਕਰਨੀ ਆਪਾਂ ਨੇ, ਸਾਰੀਆਂ ਡਿਊਟੀਆਂ ਵੰਡ ਦਿੱਤੀਆਂ ਵੀ ਧਿਮਕਿਆ ਤੇ ਆਹ ਕਰਨਾ, ਫਲਾਣਾ ਤੇ ਆਹ ਕਰਨਾ, ਜਿਵੇਂ ਹੁੰਦੀਆਂ ਨੇ ਆਪਣੀਆਂ, ਕੋਈ ਵਰਤਾਉਣ ਵਾਸਤੇ, ਕੁਛ ਕਰਨ ਵਾਸਤੇ। ਫਿਰ ਮਹਾਤਮਾ ਨੇ ਕਿਹਾ ਜਿਹੜਾ ਸਮੁੰਦਰ ਹੈ ਨਾ, ਇਹ ਨਦੀਆਂ ਦਾ ਰਾਜਾ ਹੈ, ਚੱਲ ਇਹਨੂੰ ਆਪਾਂ ਕਹਿੰਦੇ ਪਾਣੀ ਦੀ ਜਾਲ ਦੇ ਭਰਨ ਦੀ ਸੇਵਾ ਕਰਦੀ। ਜਲ ਭਰਨ ਦੀ ਸੇਵਾ ਵੀ ਤੇਰੀ ਆ,
ਚਲੋ ਇਹ ਸਾਰਾ ਮਸਵਰਾ ਤੈਅ ਹੋ ਗਿਆ ਸੀਗਾ। ਰਾਤ ਨੂੰ ਕਹਿੰਦੇ ਇਹਨੂੰ ਆਪਣੇ ਵੱਡੇਪਣ ਦਾ ਵੀ ਮੈਂ ਸਾਰੀਆਂ ਨਦੀਆਂ ਦਾ ਰਾਜਾ, ਇਹ ਮੰਗ ਖਾਣੇ ਸਾਧੂ ਵੀ ਮੇਰੀ ਭਾਵੇਂ ਕਿ ਇੱਕ ਝਿਓਰਾਂ ਵਾਲੀ ਡਿਊਟੀ ਲਾ ਰਹੇ ਨੇ, ਦੇਖਾਂ ਤਾਂ ਸਹੀ ਵੀ ਇਹਨਾਂ ਦੇ ਵਿੱਚ ਕੋਈ ਤਾਕਤ ਵਾਲਾ ਵੀ ਹੈ ਜਾਂ ਐਵੇਂ ਰੋਟੀਆਂ ਖਾਣ ਵਾਲੇ ਨੇ। ਕਹਿੰਦੇ ਰਾਤ ਨੂੰ ਆਪਣੀ ਮਰਿਆਦਾ ਤੋਂ ਬਾਹਰ ਆ ਗਿਆ, ਮਾਨੋ ਕਿ ਉਛਲ ਗਿਆ। ਜਿਹੜੇ ਮਹਾਤਮਾ ਕਹਿੰਦੇ ਸਮੁੰਦਰ ਦੇ ਕੰਢੇ ਸੀ, ਸਾਰੀਆਂ ਦੀਆਂ ਜਿਹੜੀਆਂ ਝੋਪੜੀਆਂ ਸੀਗੀਆਂ ਰੋੜ ਦਿੱਤੀਆਂ, ਰੋੜ ਦਿੱਤੀਆਂ। ਦਿਨ ਚੜ੍ਹਦੇ ਨੇ ਆਪਣੀ ਮਰਿਆਦਾ ਵਿੱਚ ਜਦੋਂ ਕਹਿੰਦੇ ਸਾਰੇ ਸਾਧੂ ਇਕੱਠੇ ਹੋਏ, ਫਿਰ ਸਾਰੇ ਨੇ ਸਲਾਹ ਦੇਖਿਆ ਵੀ ਮਸ਼ਵਰਾ ਕੀਤਾ, ਕਾਰਨ ਕੀ ਵੀ ਪਹਿਲਾਂ ਤਾਂ ਐਸਾ ਕਦੇ ਕੀਤਾ ਨਹੀਂ ਇਹਨੇ, ਅੱਜ ਕਿਉਂ ਹੋ ਗਿਆ। ਸੋਚਿਆ ਵੀ ਇਹਨੂੰ ਆਪਣੇ ਵੱਡੇਪਣ ਦਾ ਹੰਕਾਰ ਹੈ, ਹੰਕਾਰ ਹੋਣ ਕਰਕੇ ਇਹ ਕੀਤਾ ਹੈ। ਉਸ ਵੇਲੇ ਫਿਰ ਭਾਵਕ ਗਸਤ ਮੁਨੀ ਸੀਗਾ ਨਾ, ਕਹਿੰਦੇ ਉਹਨੇ ਡੰਡ ਦਿੱਤਾ ਸੀ ਇਹਨੂੰ, ਮਾਨੋ ਕਿ 2.5 ਚੂੜਿਆਂ 'ਚ ਪੀ ਗਿਆ ਸਾਰਾ ਇਹਨੂੰ, ਵੀ ਤੈਂ ਸਾਧੂਆਂ ਨੂੰ ਤੰਗ ਕੀਤਾ, ਸਾਧੂਆਂ ਤੇ ਨਦਰ ਕੀਤਾ ਹੈ, ਆ ਚੱਕ। ਉਸ ਵੇਲੇ ਫਿਰ ਕਹਿੰਦੇ ਇਹਨੂੰ ਪਿਸ਼ਾਬ ਰਾਹੀਂ ਕੱਢਣ ਕਰਕੇ ਖਾਰਾ ਹੋ ਗਿਆ। ਜੇ ਸਾਧੂਆਂ ਦੇ ਨਾਲ ਪੰਗਾ ਲਿਆ, ਫਿੱਕਾ ਬੋਲਿਆ, ਤਾਂ ਗੁਰੂ ਪਾਤਸ਼ਾਹ ਕਹਿੰਦੇ ਦੇਖ ਲਓ ਸਮੁੰਦਰ ਹੁਣ ਤੱਕ ਖਾਰਾ ਪਿਆ, ਕਿਸੇ ਦੀ ਤਾਕਤ ਨਹੀਂ ਕਿ ਮਿੱਠਾ ਕਰ ਦੇਵੇ ਉਹਨੂੰ। ਇਸੇ ਕਰਕੇ ਤਾਈਓ ਹੋ ਗਿਆ ਸਮੁੰਦਰਾ ਵੇ ਖਾਰਾ, ਸਾਧੂਆਂ ਨੂੰ ਫਿੱਕਾ ਬੋਲ ਕੇ ਹੋ ਗਿਆ ਸਮੁੰਦਰਾ ਤੂੰ ਖਾਰਾ, ਸਾਧੂਆਂ ਨੂੰ ਫਿੱਕਾ ਬੋਲ ਕੇ ਹੋ ਗਿਆ ਸਮੁੰਦਰਾ ਵੇ ਖਾਰਾ, ਸਾਧੂਆਂ ਨੂੰ ਫਿੱਕਾ ਬੋਲ ਕੇ। ਲੋ ਹੋ ਗਿਆ ਸਮੁੰਦਰਾ ਵੇ ਖਾਰਾ, ਸਾਧੂਆਂ ਨੂੰ ਫਿੱਕਾ ਬੋਲ ਕੇ।